ਲਿਬਰਲ ਟੀਵੀ ਲੋਕਾਂ ਦੀ ਆਵਾਜ਼ ਲੋਕਾਂ ਲਈ। ਮੇਰੇ ਤੋਂ ਆਸ ਨਾ ਕਰਿਓ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ ਤੁਹਾਡੇ ਚਗਲੇ ਹੋਏ ਸਵਾਦਾਂ ਦੀ ਗੱਲ ਕਰਾਂਗਾ, ਜਿਨ੍ਹਾਂ ਦੇ ਹੜ ਵਿੱਚ ਵਹਿ ਜਾਂਦੀ ਏ ਸਾਡੇ ਬੱਚਿਆਂ ਦੀ ਤੋਤਲੀ ਕਵਿਤਾ ਤੇ ਸਾਡੀਆਂ ਧੀਆਂ ਦਾ ਕੰਜਕ ਵਰਗਾ ਹਾਸਾ। ਇਹ ਕਵਿਤਾ ਇੱਕ ਐਸੇ ਸ਼ਾਇਰ ਦੀ ਰਚਨਾ ਹੈ ਜਿਸ ਦੀਆਂ ਨਸਾਂ ਦੇ ਵਿੱਚ ਲਹੂ ਦੀ ਥਾਂ ਤੇ ਬਰੂਦ ਤੇ ਬਗਾਵਤ ਦੌੜਦੀ ਸੀ, ਜਿਸ ਨੇ ਆਪਣੀ ਕਲਮ ਦੇ ਵਿੱਚੋਂ ਅੱਖਰਾਂ ਦੀ ਥਾਂ ਤੇ ਬੋਲਾਂ ਦੀ ਥਾਂ ਤੇ AK-47 ਦੀਆਂ ਗੋਲੀਆਂ ਨੂੰ ਜਨਮ ਦਿੱਤਾ। ਇਸ AK-47 ਦੀਆਂ ਗੋਲੀਆਂ ਨੇ ਸਮੇਂ ਦੇ ਭ੍ਰਸ਼ਟ ਸਮਾਜ ਤੇ ਮੌਕੇ ਦੀ ਸਰਕਾਰ ਦੀ ਹਿੱਕ ਪਾੜ ਕੇ ਰੱਖ ਦਿੱਤੀ। ਅਵਤਾਰ ਸਿੰਘ ਸੰਧੂ ਉਰਫ ਪਾਸ਼ ਦਾ ਜਨਮ 9 ਸਤੰਬਰ 1950 ਨੂੰ ਜਲੰਧਰ ਵਿਖੇ ਸੋਹਣ ਸਿੰਘ ਸੰਧੂ ਦੇ ਘਰ ਹੋਇਆ। ਅਵਤਾਰ ਸਿੰਘ ਸੰਧੂ ਉਰਫ ਪਾਸ਼ ਮੁੱਢ ਤੋਂ ਹੀ ਇੱਕ ਸੰਵੇਦਨਸ਼ੀਲ ਵਿਦਿਆਰਥੀ ਸੀ। ਆਮ ਲੋਕਾਂ ਨਾਲੋਂ ਵਿਲੱਖਣ ਸੋਚ ਦਾ ਮਾਲਕ ਸੀ। 1964 ਵਿੱਚ 8ਵੀਂ ਜਮਾਤ ਪਾਸ ਕਰਦਿਆਂ 9ਵੀਂ ਦੇ ਵਿੱਚ ਦਾਖਲਾ ਨਾ ਲਿਆ ਤੇ ਸਗੋਂ ਕਪੂਰਥਲੇ ਖੁੱਲ੍ਹੇ ਤਕਨੀਕੀ ਸਕੂਲ ਦੇ ਵਿੱਚ ਭਰਤੀ ਪਾ ਲਈ। ਇਸ ਤੋਂ ਇੰਜ ਜਾਪਿਆ ਜਿਵੇਂ ਪਾਸ਼ ਵੀ ਹੁਣ ਰੁਜ਼ਗਾਰ ਦੇ ਗੇੜ ਦੇ ਵਿੱਚ ਪੈ ਗਿਆ। ਇਹਨਾਂ ਸਮਿਆਂ ਦੇ ਵਿੱਚ ਹੀ ਪਾਸ਼ ਨੇ ਖੱਬੇ ਪੱਖੀ ਰਾਜਨੀਤਿਕ ਕਾਰਕੁਨਾਂ ਦੇ ਨਾਲ ਮੇਲ ਜੋਲ ਵਧਾ ਲਿਆ। ਇਸੇ ਮੇਲ ਜੋਲ ਕਰਕੇ ਹੀ ਪਾਸ਼ ਦੀ ਜ਼ਿੰਦਗੀ ਨੇ ਸ਼ਾਇਦ ਆਪਣਾ ਰੁਖ ਹੀ ਬਦਲ ਲਿਆ। 1968 ਵਿੱਚ ਨਕਸਲਵਾਦੀ ਲਹਿਰ ਪੰਜਾਬ ਵਿੱਚ ਜ਼ੋਰ ਫੜਨ ਲੱਗੀ। ਇਹ ਵੀ ਕਿਹਾ ਗਿਆ ਕਿ ਪਾਸ਼ ਨਕਸਲਵਾਦੀ ਲਹਿਰ ਦੇ ਵਿੱਚ ਸ਼ਾਮਲ ਹੋ ਚੁੱਕਿਆ। ਹੁਣ ਨਕਸਲਵਾਦੀ ਲਹਿਰ ਦੇ ਵਿੱਚ ਸ਼ਾਮਲ ਹੋਣ ਦਾ ਮਤਲਬ ਸੀ ਮਾਰਕਸਵਾਦੀ ਖਿਆਲਾਂ ਦੇ ਨਾਲ ਹਮਾਇਤ ਰੱਖਣਾ। ਸ਼ਾਇਦ ਇਸੇ ਲਈ ਪਾਸ਼ ਮਾਰਕਸਵਾਦੀ ਵਿਚਾਰਧਾਰਾ ਦਾ ਚਿੰਤਨ ਮੰਥਨ ਕਰਦਾ ਹੋਇਆ ਇਸ ਨੂੰ ਆਪਣੀ ਕਵਿਤਾ ਦਾ ਧੁਰਾ ਬਣਾਉਂਦਾ ਹੈ। ਉਸ ਦੀ ਕਵਿਤਾ ਦੇ ਉਕਸਾਊ ਸੁਭਾਅ ਅਤੇ ਹਥਿਆਰਬੰਦ ਲਹਿਰ ਨਾਲ ਹਮਦਰਦੀ ਰੱਖਣ ਕਰਕੇ ਪਾਸ਼ ਨੂੰ ਝੂਠੇ ਕਤਲ ਕੇਸ ਦੇ ਵਿੱਚ ਫਸਾ ਦਿੱਤਾ ਗਿਆ, ਜਿਸ ਕਰਕੇ ਉਸ ਨੂੰ 2 ਸਾਲ ਜੇਲ੍ਹ ਵੀ ਕੱਟਣੀ ਪਈ। ਬਰੀ ਹੋਣ ਤੋਂ ਬਾਅਦ ਉਹ ਪੰਜਾਬ ਦੀਆਂ ਮਾਓਵਾਦੀ ਜਥੇਬੰਦੀਆਂ ਵਿੱਚ ਸਰਗਰਮ ਹੋ ਗਿਆ। ਇਸ ਤੋਂ ਬਾਅਦ ਉਸਨੇ ਸਿਆੜ ਨਾਮੀ ਪਰਚੇ ਦੀ ਸੰਪਾਦਨਾ ਕੀਤੀ। ਪਾਸ਼ ਦੀ ਪ੍ਰਗਤੀਵਾਦੀ ਕਵਿਤਾ ਵਿਦਿਆਰਥੀਆਂ, ਕਮਿਊਨਿਸਟਾਂ ਅਤੇ ਖੱਬੇ ਪੱਥੀ ਬੁੱਧੀਜੀਵੀਆਂ ਵਿੱਚ ਬਹੁਤ ਪ੍ਰਸਿੱਧ ਹੋਈ। ਪਾਸ਼ ਆਧੁਨਿਕ ਪੰਜਾਬੀ ਕਵੀ ਦਾ ਸਮਰਥਨਵਾਦ ਚਿੰਤਨਸ਼ੀਲ ਅਤੇ ਮਕਬੂਲ ਕਵੀ ਹੋਇਆ ਹੈ। ਪਾਸ਼ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਨਾਲ ਖਹਿ ਕੇ ਲੰਘਦਾ ਰਿਹਾ, ਹਾਲਾਤਾਂ ਨਾਲ ਜੂਝਦਾ ਰਿਹਾ, ਸਮੇਂ ਨਾਲ ਲੜਦਾ ਰਿਹਾ, ਝੱਖੜਾਂ ਹਨੇਰੀਆਂ ਵਿੱਚ ਵੀ ਚਰਾਹੇ ਦੀਵਾ ਬਾਲਣ ਦਾ ਹੌਸਲਾ ਰੱਖਦਾ ਰਿਹਾ। ਇਹੀ ਸਾਰਾ ਜੀਵਨ ਅਨੁਭਵ ਦ੍ਰਿਸ਼ਟੀ ਉਸ ਦੀ ਕਵਿਤਾ ਦੇ ਵਿੱਚ ਢਲਦੀ ਰਹੀ, ਜਿਸ ਕਰਕੇ ਉਸ ਦੀ ਕਵਿਤਾ ਵਿਲੱਖਣ, ਮੌਲਿਕ ਅਤੇ ਸੱਜਰਾ ਮੁਹਾਂਦਰਾ ਰੱਖਦੀ ਹੈ। ਡਾਕਟਰ ਰਜਿੰਦਰਪਾਲ ਸਿੰਘ ਬਰਾੜ ਅਨੁਸਾਰ ਪਾਸ਼ ਨਾਬਰੀ ਤੇ ਬਰਾਬਰੀ ਦਾ ਸ਼ਾਇਰ ਸੀ, ਜਿਸ ਨੂੰ ਮਾਨਵੀ ਸ਼ਾਨ ਵਾਲੀ ਜ਼ਿੰਦਗੀ ਜਿਉਣ ਦੀ ਤੀਬਰ ਲੋਚਾ ਸੀ। ਕਪਟ ਦੇ ਸ਼ੋਰ ਵਿੱਚ ਸਹੀ ਹੁੰਦਿਆਂ ਵੀ ਦਬ ਜਾਣਾ ਬੁਰਾ ਤਾਂ ਹੈ, ਕਿਸੇ ਜੁਗਨੂ ਦੀ ਲੋਹ ਵਾਸਤੇ ਪੜਨ ਲੱਗ ਜਾਣਾ ਬੁਰਾ ਤਾਂ ਹੈ, ਸਭ ਤੋਂ ਖਤਰਨਾਕ ਨਹੀਂ ਹੁੰਦਾ। ਸਭ ਤੋਂ ਖਤਰਨਾਕ ਹੁੰਦਾ ਹੈ ਮੁਰਦਾ ਸ਼ਾਂਤੀ ਨਾਲ ਭਰ ਜਾਣਾ, ਨਾ ਹੋਣਾ ਤੜਪ ਦਾ, ਸਭ ਕੁਝ ਸਹਿਣ ਕਰ ਜਾਣਾ। ਘਰ ਤੋਂ ਨਿਕਲਣਾ ਕੰਮ ਤੇ ਕੰਮ ਤੋਂ ਘਰ ਆਣਾ, ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ। ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ। ਪਾਸ਼ ਉਹ ਸ਼ਾਇਰ ਸੀ ਜਿਸ ਨੇ ਸਫੇਦ ਪੋਸ਼ ਸਮਾਜ ਨੂੰ ਆਪਣੇ ਗਿਰੇਬਾਨ ਦੇ ਵਿੱਚ ਝਾਕਣ ਲਈ ਮਜਬੂਰ ਕੀਤਾ। ਉਸ ਨੂੰ ਉਸ ਦਾ ਨੰਗਾਪਣ ਤੇ ਲੱਚਰਤਾ ਵਿਖਾਈ ਤੇ ਸ਼ਰਮਸਾਰ ਕੀਤਾ। ਪਾਸ਼ ਉਹ ਸ਼ਾਇਰ ਸੀ ਜਿਸ ਨੇ ਹਰ ਨੌਜਵਾਨ ਨੂੰ, ਹਰ ਆਜ਼ਾਦ ਇਨਸਾਨ ਨੂੰ, ਹਰ ਆਜ਼ਾਦ ਜ਼ਹਿਨ ਨੂੰ ਬਗਾਵਤ ਕਰਨ ਦੀ ਤਾਕਤ ਦਿੱਤੀ। ਪਾਸ਼ ਦੀ ਜ਼ਿੰਦਗੀ ਦਾ 1972 ਤੋਂ 1975 ਤੱਕ ਦਾ ਸਮਾਂ ਸਾਹਿਤਕ ਗਤੀਵਿਧੀਆਂ ਨਾਲ ਭਰਿਆ ਹੋਇਆ ਸੀ। 1972 ਵਿੱਚ ਪਾਸ਼ ਨੇ ਸਿਆੜ ਨਾਂ ਦਾ ਪਰਚਾ ਕੱਢਣਾ ਸ਼ੁਰੂ ਕੀਤਾ। ਇਸ ਵੇਲੇ ਉਸ ਨੂੰ ਮੋਗਾ ਕਾਂਡ ਵਿੱਚ ਗ੍ਰਿਫਤਾਰ ਕਰ ਲਿਆ ਗਿਆ। 1973 ਵਿੱਚ ਸਿਆੜ ਪਰਚਾ ਬੰਦ ਹੋ ਗਿਆ ਅਤੇ 1974 ਵਿੱਚ ਪਾਸ਼ ਦੀ ਦੂਜੀ ਕਾਵੀ ਪੁਸਤਕ ਉਡਦੇ ਬਾਜਾਂ ਮਗਰ ਛਪੀ। ਮਈ 1974 ਵਿੱਚ ਹੋਈ ਰੇਲਵੇ ਹੜਤਾਲ ਦੌਰਾਨ ਪਾਸ਼ ਦੀ ਗ੍ਰਿਫਤਾਰੀ ਹੋਈ। ਰਿਹਾ ਹੋ ਕੇ ਹੇਮ ਜੋਤੀ ਦੀ ਸੰਪਾਦਕੀ ਕੀਤੀ। ਕੁਝ ਸਮਾਂ ਦੇਸ਼ ਪ੍ਰਦੇਸ਼ ਲੰਡਨ ਦਾ ਪੱਤਰ ਪ੍ਰੇਰਕ ਰਿਹਾ ਅਤੇ ਇਸ ਸਮੇਂ ਪਾਸ਼ ਨੇ ਮਿਲਖਾ ਸਿੰਘ ਐਥਲੀਟ ਦੀ ਸਵੈ ਜੀਵਨੀ ਫਲਾਇੰਗ ਸਿੱਖ ਵੀ ਲਿਖੀ। 1985 ਦੇ ਵਿੱਚ ਪੰਜਾਬੀ ਸਾਹਿਤ ਅਕਾਦਮੀ ਨੇ ਪਾਸ਼ ਨੂੰ 1 ਸਾਲ ਦੀ ਫੈਲੋਸ਼ਿਪ ਦਿੱਤੀ। ਪਾਸ਼ ਨੇ ਬਾਹਰਲੇ ਦੇਸ਼ਾਂ ਦੀਆਂ ਕਈ ਸਾਰੀਆਂ ਫੇਰੀਆਂ ਲਾਈਆਂ। 1986 ਵਿੱਚ ਉਹ ਅਮਰੀਕਾ ਦੀ ਫੇਰੀ ਉੱਤੇ ਸੀ। ਇੱਥੋਂ ਉਸ ਨੇ ਐਂਟੀ-47 ਫਰੰਟ ਨਾਮੀ ਪਰਚਾ ਕੱਢਿਆ, ਜੋ ਕਿ ਸ਼ਾਇਦ ਉਹਨਾਂ ਦੀ ਸ਼ਹਾਦਤ ਦਾ ਕਾਰਨ ਵੀ ਬਣਿਆ। ਇਸ ਪਰਚੇ ਵਿੱਚ ਉਸ ਨੇ 1980 ਦੀ ਸਿੱਖ ਦੀ ਲਹਿਰ, ਵੱਖਰੇ ਸਿੱਖ ਰਾਜ ਖਾਲਿਸਤਾਨ ਦੀ ਮੰਗ ਦਾ ਵਿਰੋਧ ਕੀਤਾ।
ਇਸ ਕਾਰਨ 23 ਮਾਰਚ 1988 ਨੂੰ ਉਸ ਦੇ ਹੀ ਖੇਤ ਦੇ ਵਿੱਚ ਉਸ ਨੂੰ ਕਤਲ ਕਰ ਦਿੱਤਾ ਗਿਆ। ਕੁਝ ਫਿਰਕਾਵਾਦੀ ਲੋਕਾਂ ਵੱਲੋਂ ਖਾਲਿਸਤਾਨੀ ਖੁਦ ਨੂੰ ਖਾੜਕੂ ਦੱਸਣ ਵਾਲੇ ਇਹਨਾਂ ਅੱਤਵਾਦੀਆਂ ਵੱਲੋਂ ਪਾਸ਼ ਉੱਤੇ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਐਂਟੀ 47 ਦੇ ਵਿੱਚ ਪਾਸ਼ ਨੇ ਖੁੱਲ੍ਹ ਕੇ ਖਾਲਿਸਤਾਨੀ ਖਾੜਕੂਆਂ ਦੀ ਖਿਲਾਫਤ ਕੀਤੀ। ਪਾਸ਼ ਨੇ ਇਸ ਪਰਚੇ ਦੇ ਵਿੱਚ ਹਵਾਲਾ ਦਿੱਤਾ ਕਿ ਸਿੱਖ ਗੁਰੂਆਂ ਨੇ ਸਦੀਆਂ ਤੋਂ ਇਨਸਾਨੀਅਤ ਦੀ ਸਰਬੱਤ ਦੇ ਭਲੇ ਦੀ ਰਾਖੀ ਕੀਤੀ ਹੈ, ਮੰਗ ਕੀਤੀ ਹੈ। ਇਸ ਵਾਸਤੇ ਗੁਰੀਲਾ ਵਾਰ ਤੱਕ ਲੜੇ ਨੇ, ਸ਼ਹਾਦਤਾਂ ਦਿੱਤੀਆਂ ਨੇ, ਪਰ ਅੱਜ ਤੱਕ ਕਦੇ ਕਿਸੇ ਬੇਗੁਨਾਹ ਦਾ ਖੂਨ ਨਹੀਂ ਵਹਾਇਆ। ਇਹ ਖਾਲਿਸਤਾਨੀ ਖਾੜਕੂ ਉਸੇ ਤਰ੍ਹਾਂ ਹੀ ਸਿਆਸਤ ਦੇ ਭੁੱਖੇ ਨੇ ਜਿਸੇ ਤਰ੍ਹਾਂ ਇੱਕ ਤਾਨਾਸ਼ਾਹ ਹੁੰਦਾ ਹੈ। ਪਾਸ਼ ਨੇ ਲਿਖਿਆ ਕਿ ਇਹ ਖਾਲਿਸਤਾਨੀ ਖਾੜਕੂ ਅੱਜ ਬੇਗੁਨਾਹ ਹਿੰਦੂਆਂ ਤੇ ਹੋਰ ਕਈ ਵਰਗਾਂ ਦਾ ਕਤਲ ਕਰ ਰਹੇ ਨੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ। ਖੁਦ ਨੂੰ ਰਾਜ ਵਿਰੋਧੀ ਦੱਸਣਾ ਇੱਕ ਗੱਲ ਹੈ, ਖੁਦ ਨੂੰ ਸਰਬੱਤ ਦਾ ਭਲੇ ਦੇ ਵਿਰੋਧੀ ਦੱਸਣਾ ਇਹ ਗੱਲ ਹੋਰ ਹੈ। ਪਾਸ਼ ਨੇ ਕੁਝ ਸਤਰਾਂ ਲਿਖੀਆਂ ਸੀ ਜੋ ਉਹਨਾਂ ਦੀ ਮੌਤ ਤੋਂ ਬਾਅਦ ਅੱਜ ਤੱਕ ਵੀ ਅਮਰ ਨੇ। ਪਾਸ਼ ਨੇ ਲਿਖਿਆ ਸੀ, ਅਲੱਗ ਹੁੰਦੀ ਹੈ ਭਾਸ਼ਾ ਭਾਸ਼ਣਾਂ ਦੀ, ਰੋਂਦੀਆਂ ਮਾਵਾਂ ਭੈਣਾਂ ਦੀ ਭਾਸ਼ਾ ਇੱਕ ਹੁੰਦੀ ਹੈ। ਅਲੱਗ ਹੁੰਦੀ ਹੈ ਭਾਸ਼ਾ ਭਰੀ ਮਰਦਮਸ਼ੁਮਾਰੀ ਦੇ ਰਜਿਸਟਰ ਦੀ, ਘਰਾਂ ਚੋਂ ਉੱਠਦਿਆਂ ਵੈਣਾਂ ਦੀ ਭਾਸ਼ਾ। ਲਿਬਰਲ ਟੀਵੀ ਪੰਜਾਬੀ